गुड आफ्टरनून स्टूडेंट्स प्रीवियस ਲੈਕਚਰ ਦੇ ਵਿੱਚ ਅਸੀਂ मीनिंग ਤੇ ਡੈਫੀਨੇਸ਼ਨਸ ਆਫ ਅਕਾਊਂਟਿੰਗ ਕੀਤੀਆਂ ਸੀ ਔਰ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਕਰਾਂਗੇ ਪ੍ਰੋਸੈਸ ਆਫ ਅਕਾਊਂਟਿੰਗ। ਹੁਣ ਅਕਾਊਂਟਿੰਗ ਕੀ ਆ? ਅਕਾਊਂਟਿੰਗ ਨੂੰ ਅਗਰ ਅਸੀਂ ਪ੍ਰੋਸੈਸ ਦੇ ਤੌਰ ਤੇ ਲਈਏ ਤੇ ਅਕਾਊਂਟਿੰਗ ਕਾਹਦਾ ਪ੍ਰੋਸੈਸ ਆ? ਅਕਾਊਂਟਿੰਗ ਪ੍ਰੋਸੈਸ ਹੈ ਕਿਸੇ ਵੀ ਇਕਨੋਮਿਕ ਇਨਫੋਰਮੇਸ਼ਨ ਨੂੰ ਆਈਡੈਂਟੀਫਾਈ करना, ਉਹਨੂੰ ਮੈਜਰ ਕਰਨਾ ਐਂਡ ਫਾਈਨਲੀ ਉਸ ਨੂੰ ਕਮਿਊਨੀਕੇਟ ਕਰਨਾ ਉਸ ਦੇ ਯੂਜ਼ਰਸ ਤੱਕ ਜਿਨ੍ਹਾਂ ਨੂੰ ਉਸ ਇਨਫੋਰਮੇਸ਼ਨ ਦੀ ਜ਼ਰੂਰਤ ਹੈ ਡਿਸੀਜਨ ਲੈਣ ਲਈ। ਸੋ ਇਹਨੂੰ ਅਸੀਂ ਅਕਾਊਂਟਿੰਗ ਦਾ ਪ੍ਰੋਸੈਸ ਕਹਿ ਦਿੰਦੇ ਹਾਂ ਵੀ ਇਹ ਇੱਕ ਪ੍ਰੋਸੈਸ ਆ। ਹੁਣ ਪ੍ਰੋਸੈਸ ਦੇ ਵਿੱਚ ਕਿਹੜੇ ਸਟੈਪਸ ਆਉਂਦੇ ਆ? ਸਟੂਡੈਂਟਸ ਮੈਂ ਤੁਹਾਨੂੰ ਬੁੱਕ ਕੀਪਿੰਗ ਦਾ ਪ੍ਰੋਸੈਸ ਕਰਾਇਆ ਸੀ। ਅਕਾਊਂਟਿੰਗ ਜੋ ਹੈ ਉਹ ਬੁੱਕ ਕੀਪਿੰਗ ਤੋਂ ਹੀ ਸ਼ੁਰੂ ਹੁੰਦੀ ਆ। ਸੋ ਅਕਾਊਂਟਿੰਗ ਦੇ ਜੋ ਇਨੀਸ਼ੀਅਲ ਸਟੈਪਸ ਨੇ ਉਹ ਸੇਮ ਨੇ ਜੋ ਕਿ ਬੁੱਕ ਕੀਪਿੰਗ ਦੇ ਸਟੈਪਸ ਸੀਗੇ। ਜਿੱਦਾਂ ਕਿ ਫਸਟ ਆਫ ਆਲ ਹੈ ਆਈਡੈਂਟੀਫਾਈ ਦਾ ਬਿਜ਼ਨਸ ਟ੍ਰਾਂਜੈਕਸ਼ਨਸ ਐਂਡ ਇਵੈਂਟਸ, ਸੈਕਿੰਡ ਹੈ ਮੈਜਰ ਦਾ ਆਈਡੈਂਟੀਫਾਈਡ ਟ੍ਰਾਂਜੈਕਸ਼ਨਸ ਐਂਡ ਇਵੈਂਟਸ ਐਂਡ ਥਰਡ ਰਿਕਾਰਡਿੰਗ ਦਾ ਬਿਜ਼ਨਸ ਟ੍ਰਾਂਜੈਕਸ਼ਨਸ ਐਂਡ ਫੋਰਥ ਕਲਾਸੀਫਾਈਂਗ ਦਾ ਬਿਜ਼ਨਸ ਟ੍ਰਾਂਜੈਕਸ਼ਨ ਐਂਡ ਫਿਫਥ ਸਮਰਾਈਜ਼ਿੰਗ ਦਾ ਬਿਜ਼ਨਸ ਟ੍ਰਾਂਜੈਕਸ਼ਨਸ। ਸੋ ਇਹ ਸਾਰੇ 1 ਤੋਂ ਲੈ ਕੇ 5 ਤੱਕ ਜਿੰਨੇ ਸਟੈਪਸ ਨੇ ਇਹ ਸਾਰੇ ਤੁਸੀਂ ਬੁੱਕ ਕੀਪਿੰਗ ਦੇ ਵਿੱਚ ਵੀ ਪੜ੍ਹੇ ਹੋਏ ਆ। ਉਸ ਤੋਂ ਬਾਅਦ ਜੋ ਹੈ 6th ਹੈ ਐਨਾਲਾਈਜ਼ਿੰਗ ਦਾ ਬਿਜ਼ਨਸ ਟ੍ਰਾਂਜੈਕਸ਼ਨ, 7th ਇਜ਼ ਇੰਟਰਪ੍ਰੀਟਿੰਗ ਦਾ ਬਿਜ਼ਨਸ ਟ੍ਰਾਂਜੈਕਸ਼ਨ ਐਂਡ 8th ਇਜ਼ ਦਾ ਕਮਿਊਨੀਕੇਟਿੰਗ। ਸੋ ਇਹ ਜੋ 3 ਸਟੈਪਸ ਨੇ ਇਹ ਐਕਸਟਰਾ ਨੇ ਅਕਾਊਂਟਿੰਗ ਦੇ ਵਿੱਚ। ਬਾਕੀ ਆ ਸਾਰੇ ਜੋ 5 ਨੇ ਇਹ ਤੁਸੀਂ ਆਲਰੇਡੀ ਬੁੱਕ ਕੀਪਿੰਗ ਦੇ ਵਿੱਚ ਕੀਤੇ ਆ। ਸੋ ਤੁਹਾਨੂੰ ਹੁਣ ਸਮਝ ਲੱਗ ਗਿਆ ਹੋਊਗਾ ਕਿ ਬੁੱਕ ਕੀਪਿੰਗ ਅਕਾਊਂਟਿੰਗ ਦਾ ਹੀ ਇੱਕ ਪਾਰਟ ਆ। ਸੋ ਬੁੱਕ ਕੀਪਿੰਗ ਤੋਂ ਹੀ ਅਕਾਊਂਟਿੰਗ ਸ਼ੁਰੂ ਹੁੰਦੀ ਆ। ਹੁਣ ਅਸੀਂ ਇਹਨਾਂ ਸਟੈਪਸ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਸਭ ਤੋਂ ਪਹਿਲਾਂ ਫਰਸਟ ਸਟੈਪ ਕੀ ਆ? ਆਈਡੈਂਟੀਫਾਈਂਗ ਦਾ ਟ੍ਰਾਂਜੈਕਸ਼ਨਸ ਐਂਡ ਇਵੈਂਟਸ। ਸੋ ਸਭ ਤੋਂ ਪਹਿਲਾ ਸਟੈਪ ਕੀ ਆ ਕਿ ਅਕਾਊਂਟਿੰਗ ਦੇ ਵਿੱਚ ਉਹਨਾਂ ਟ੍ਰਾਂਜੈਕਸ਼ਨਸ ਨੂੰ ਆਈਡੈਂਟੀਫਾਈ ਕਰਨਾ, ਉਹਨਾਂ ਇਵੈਂਟਸ ਨੂੰ ਆਈਡੈਂਟੀਫਾਈ ਕਰਨਾ ਜਿਨ੍ਹਾਂ ਦੀ ਰਿਕਾਰਡਿੰਗ ਕਰਨੀ ਆ। ਹੁਣ ਇਹ ਟ੍ਰਾਂਜੈਕਸ਼ਨਸ ਹੁੰਦੀਆਂ ਕੀ ਆ? ਸਭ ਤੋਂ ਪਹਿਲਾਂ ਟ੍ਰਾਂਜੈਕਸ਼ਨ ਕੀ ਆ? ਟ੍ਰਾਂਜੈਕਸ਼ਨ ਕੀ ਆ? ਜਦੋਂ ਬਿਜ਼ਨਸ ਕੁਝ ਵੀ ਐਕਸਚੇਂਜ ਕਰਦਾ ਆ, ਕੋਈ ਵੀ ਕੁਝ ਪਰਚੇਸ ਕਰ ਰਿਹਾ ਆ, ਇਨ ਰਿਟਰਨ ਕੈਸ਼ ਪੇ ਕਰ ਰਿਹਾ ਆ ਜਾਂ ਕੁਝ ਸੇਲ ਕਰ ਰਿਹਾ ਆ, ਇਨ ਰਿਟਰਨ ਕੈਸ਼ ਲੈ ਰਿਹਾ ਆ, ਉਹਨੂੰ ਅਸੀਂ ਟ੍ਰਾਂਜੈਕਸ਼ਨ ਕਹਿ ਦਿੰਦੇ ਆ। ਸੋ ਟ੍ਰਾਂਜੈਕਸ਼ਨ ਕੀ ਆ? ਟ੍ਰਾਂਜੈਕਸ਼ਨ ਐਕਸਚੇਂਜ ਆ ਜੋ ਐਕਸਚੇਂਜ ਕੀਤੀ ਜਾ ਰਹੀ ਆ। ਬਿਜ਼ਨਸ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਕਸਚੇਂਜ ਕਰ ਰਿਹਾ ਜਿਹਦੇ ਵਿੱਚ ਉਹ ਕੁਝ ਰਿਸੀਵ ਕਰ ਰਿਹਾ, ਇਨ ਰਿਟਰਨ ਕੁਝ ਸੈਕਰੀਫਾਈਸ ਕਰ ਰਿਹਾ, ਉਹਨੂੰ ਅਸੀਂ ਟ੍ਰਾਂਜੈਕਸ਼ਨ ਕਹਿ ਦਿੰਦੇ ਆ। ਹੁਣ ਸੈਕਿੰਡ ਵਨ ਇਜ਼ ਅ ਇਵੈਂਟ। ਇਵੈਂਟ ਕੀ ਆ? ਇਵੈਂਟ ਇੰਟਰਨਲ ਵੀ ਹੋ ਸਕਦਾ ਆ ਵਿਦਿਨ ਦਾ ਆਰਗੇਨਾਈਜੇਸ਼ਨ ਐਂਡ ਐਕਸਟਰਨਲ ਵੀ ਹੋ ਸਕਦਾ ਆ। ਬਟ ਇਵੈਂਟ ਕੀ ਆ? ਇਵੈਂਟ ਕਿਸੇ ਵੀ ਜੋ ਐਂਟੀਟੀ ਆ ਉਹਦੇ ਦੁਆਰਾ ਕੋਈ ਵੀ ਕੰਸੀਕੁਐਂਸਿਸ ਦੇ ਹੈਪਨ ਹੋਣ ਨੂੰ ਇਵੈਂਟ ਕਿਹਾ ਜਾਂਦਾ ਆ। ਜਿੱਦਾਂ ਕਿ ਰॉ ਮਟੀਰੀਅਲ ਯੂਜ਼ ਕੀਤਾ ਜਾ ਰਿਹਾ ਆ ਪ੍ਰੋਡਕਸ਼ਨ ਕਰਨ ਦੇ ਲਈ, ਲੇਬਰ ਯੂਜ਼ ਕੀਤੀ ਜਾ ਰਹੀ ਆ ਪ੍ਰੋਡਕਸ਼ਨ ਕਰਨ ਦੇ ਲਈ, ਉਹਨੂੰ ਅਸੀਂ ਕੀ ਕਹਿ ਦਿੰਦੇ ਆ? ਇਵੈਂਟ। ਸੋ ਐਨ ਐਂਟੀਟੀ, ਇਹਦੇ ਵਿੱਚ ਹੁਣ ਇੱਕ ਵਰਡ ਹੈਗਾ ਐਂਟੀਟੀ। ਐਂਟੀਟੀ ਦਾ ਮਤਲਬ ਕੀ ਆ? ਐਂਟੀਟੀ ਮੀਨਸ ਐਨ ਇਕਨੋਮਿਕ ਯੂਨਿਟ ਦੈਟ ਪਰਫਾਰਮ ਦਾ ਇਕਨੋਮਿਕ ਐਕਟੀਵਿਟੀਜ਼। ਸੋ ਲਾਈਕ ਕੋਈ ਵੀ ਬਿਜ਼ਨਸ ਆ, ਕੋਈ ਵੀ ਮੈਨੂਫੈਕਚਰਿੰਗ ਆਰਗੇਨਾਈਜੇਸ਼ਨ ਆ, ਕੋਈ ਸ਼ਾਪਕੀਪਰ ਆ, ਕੋਈ ਰੈਸਟੋਰੈਂਟ ਆ ਜਿਹੜਾ ਕਿ ਸਰਵਿਸ ਦੇ ਰਿਹਾ ਕਸਟਮਰਸ ਨੂੰ, ਇਹ ਸਾਰੇ ਕੀ ਨੇ? ਇਹ ਸਾਰੇ ਹੀ ਐਂਟੀਟੀਜ਼ ਨੇ। ਕਿਉਂ? ਕਿਉਂਕਿ ਇਹ ਸਾਰੇ ਇਕਨੋਮਿਕ ਐਕਟੀਵਿਟੀਜ਼ ਨੂੰ ਪਰਫਾਰਮ ਕਰ ਰਹੇ ਨੇ। ਹੁਣ ਇਕਨੋਮਿਕ ਐਕਟੀਵਿਟੀ ਕੀ ਹੁੰਦੀ ਹੈ? ਇਕਨੋਮਿਕ ਐਕਟੀਵਿਟੀ ਉਹ ਐਕਟੀਵਿਟੀ ਹੁੰਦੀ ਆ ਜਿਹਨੂੰ ਕਰਕੇ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਨਾਲ ਮਨੀ ਅਰਨ ਕਰਦੇ ਹੋ, ਉਹਨੂੰ ਅਸੀਂ ਇਕਨੋਮਿਕ ਐਕਟੀਵਿਟੀ ਕਹਿ ਦਿੰਦੇ ਆ। ਠੀਕ ਆ? ਜਿਸ ਤਰ੍ਹਾਂ ਕਿ ਅਗਰ ਇੱਕ ਟੀਚਰ ਕਲਾਸ ਦੇ ਵਿੱਚ ਆਪਣੇ ਸਟੂਡੈਂਟਸ ਨੂੰ ਪੜ੍ਹਾਉਂਦਾ ਆ, ਉਹਨੂੰ ਇਕਨੋਮਿਕ ਐਕਟੀਵਿਟੀ ਕਿਹਾ ਜਾਂਦਾ ਕਿਉਂਕਿ ਉਹਨਾਂ ਨੂੰ ਪੜ੍ਹਾਉਣ ਦੇ ਲਈ ਉਸ ਨੂੰ ਸੈਲਰੀ ਮਿਲਦੀ ਆ, ਮਨੀ ਮਿਲਦੀ ਆ। ਬਟ ਉਹੀ ਟੀਚਰ ਅਗਰ ਘਰ ਵਿੱਚ ਜਾ ਕੇ ਆਪਣੇ ਬੱਚੇ ਨੂੰ ਪੜ੍ਹਾਉਂਦਾ ਆ ਤਾਂ ਉਹਨੂੰ ਨੌਨ ਇਕਨੋਮਿਕ ਐਕਟੀਵਿਟੀ ਕਿਹਾ ਜਾਂਦਾ ਕਿਉਂਕਿ ਉਹਨੂੰ ਆਪਣੇ ਬੱਚੇ ਨੂੰ ਪੜ੍ਹਾਉਣ ਦੇ ਲਈ ਕੋਈ ਵੀ ਸੈਲਰੀ ਨਹੀਂ ਮਿਲਣੀ। ਇਸੇ ਤਰ੍ਹਾਂ ਇੱਕ ਟੇਲਰ ਆ ਜੋ ਕਿ ਆਪਣੇ ਕਸਟਮਰ ਲਈ ਸੂਟ ਸਟਿਚ ਕਰ ਰਿਹਾ ਆ, ਇਨ ਰਿਟਰਨ ਉਹਨੂੰ ਸਟਿਚਿੰਗ ਮਿਲਣੀ ਆ। ਸੋ ਉਹ ਇੱਕ ਇਕਨੋਮਿਕ ਐਕਟੀਵਿਟੀ ਆ। ਬਟ ਉਹੀ ਟੇਲਰ ਅਗਰ ਆਪਣਾ ਸੂਟ ਸਟਿਚ ਕਰੇਗਾ ਤਾਂ ਉਹਨੂੰ ਕੋਈ ਵੀ ਸਟਿਚਿੰਗ ਨਹੀਂ ਮਿਲਣੀ। ਸੋ ਉਹ ਇੱਕ ਇਕਨੋਮਿਕ ਐਕਟੀਵਿਟੀ ਨਹੀਂ ਬਲਕਿ ਨੌਨ ਇਕਨੋਮਿਕ ਐਕਟੀਵਿਟੀ ਆ। ਸੋ ਐਂਟੀਟੀ ਕੀ ਆ? ਉਹ ਆਰਗੇਨਾਈਜੇਸ਼ਨਸ ਜਿਹੜੀਆਂ ਕਿ ਇਕਨੋਮਿਕ ਐਕਟੀਵਿਟੀਜ਼ ਕਰ ਰਹੀਆਂ ਨੇ। ਸੋ ਸਭ ਤੋਂ ਪਹਿਲਾ ਸਟੈਪ ਕੀ ਆ? ਉਹਨਾਂ ਟ੍ਰਾਂਜੈਕਸ਼ਨਸ ਨੂੰ ਤੇ ਇਵੈਂਟਸ ਨੂੰ ਆਈਡੈਂਟੀਫਾਈ ਕਰਨਾ ਜਿਨ੍ਹਾਂ ਦੀ ਰਿਕਾਰਡਿੰਗ ਕਰਨੀ ਆ।
ਸੈਕੰਡ ਸਟੈਪ ਕੀ ਆ, ਮੈਜ਼ਰਿੰਗ ਦਾ ਆਇਡੈਂਟੀਫਾਈ ਟ੍ਰਾਂਜੈਕਸ਼ਨਸ ਐਂਡ ਇਵੈਂਟਸ। ਸੈਕੰਡ ਕੀ ਕਰਨਾ ਆ, ਹੁਣ ਜੋ ਤੁਸੀਂ ਟ੍ਰਾਂਜੈਕਸ਼ਨਸ ਨੂੰ ਆਇਡੈਂਟੀਫਾਈ ਕੀਤਾ ਜਿਨ੍ਹਾਂ ਦੀ ਰਿਕਾਰਡਿੰਗ ਹੋਣੀ ਆ, ਉਹਨਾਂ ਨੂੰ ਮੈਜ਼ਰ ਕਰਨਾ ਇਨ ਦ ਟਰਮਸ ਆਫ ਰੁਪੀਸ, in the terms of currency of that particular place at which the accounts are maintained। ਅਗਰ ਤੁਸੀਂ ਇੰਡੀਆ ਦੇ ਵਿੱਚ ਬੈਠੇ ਹੋ ਤਾਂ ਇੰਡੀਆ ਦੀ ਕਰੰਸੀ ਕਿਹੜੀ ਆ, ਰੁਪੀਸ। ਸੋ ਤੁਸੀਂ ਹਰ ਟ੍ਰਾਂਜੈਕਸ਼ਨਸ ਨੂੰ ਰੁਪੀਸ ਦੇ ਵਿੱਚ ਮੇਜਰ ਕਰਨਾ ਵੀ ਉਹ ਟ੍ਰਾਂਜੈਕਸ਼ਨ ਰੁਪੀਸ ਦੇ ਵਿੱਚ ਕਿੰਨੇ ਦੀ ਹੈ, 10,000 ਦੀ ਹੈ, 20,000 ਦੀ ਹੈ, 10 ਲੱਖ ਦੀ ਹੈ, 20 ਲੱਖ ਦੀ ਆ, ਜਾਂ ਫਿਰ 10 ਰੁਪੀਸ ਦੀ ਆ, ਜਾਂ 200 ਰੁਪੀਸ ਦੀ ਆ। ਸੋ ਅਸੀਂ ਉਹਨੂੰ ਰੁਪੀਸ ਦੇ ਵਿੱਚ ਜਿਹੜਾ ਹੈਗਾ ਆ ਉਹ ਮੇਜਰ ਕਰਦੇ ਆ। Now the third step is recording। Recording, ਹੁਣ ਤੁਸੀਂ ਟ੍ਰਾਂਜੈਕਸ਼ਨਸ ਆਇਡੈਂਟੀਫਾਈ ਵੀ ਕਰ ਲਈਆਂ, ਉਹਨਾਂ ਦੀ ਵੈਲਿਊ ਵੀ ਮੈਜ਼ਰ ਕਰ ਲਈ, ਹੁਣ ਉਹਨਾਂ ਨੂੰ ਰਿਕਾਰਡ ਕਰਨਾ ਆ। ਰਿਕਾਰਡਿੰਗ ਸਭ ਤੋਂ ਪਹਿਲਾਂ ਜਿਸ ਬੁੱਕ ਦੇ ਵਿੱਚ ਅਸੀਂ ਉਹਨਾਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰਦੇ ਆ ਉਹਨੂੰ ਜਰਨਲ ਕਿਹਾ ਜਾਂਦਾ ਆ। ਸੋ ਜਰਨਲ ਕੀ ਹੁੰਦੀ ਆ, ਜਰਨਲ ਬੁੱਕ ਆਫ ਓਰੀਜਨਲ ਐਂਟਰੀ ਹੁੰਦੀ ਆ, ਜਿਹਦੇ ਵਿੱਚ ਸਭ ਤੋਂ ਪਹਿਲਾਂ ਟ੍ਰਾਂਜੈਕਸ਼ਨ ਕੋਰੋਨੋਲੋਜੀਕਲ ਆਰਡਰ ਦੇ ਵਿੱਚ ਰਿਕਾਰਡ ਕੀਤੀ ਜਾਂਦੀ ਆ। ਸੋ ਕੋਰੋਨੋਲੋਜੀਕਲ ਆਰਡਰ ਕੀ ਆ ਕਿ ਜਿਸ ਆਰਡਰ ਦੇ ਵਿੱਚ ਉਹ ਹੈਪਨਸ ਹੋਈਆਂ ਨੇ ਉਸੇ ਆਰਡਰਸ ਦੇ ਵਿੱਚ ਉਹਨਾਂ ਨੂੰ ਰਿਕਾਰਡ ਕਰ ਲਿਆ ਜਾਂਦਾ ਆ। ਇਹਨਾਂ ਬੁੱਕਸ ਨੂੰ ਅਸੀਂ ਫਰਦਰ ਕੁਝ ਸਬਸਿਡਰੀ ਬੁੱਕਸ ਵਿੱਚ ਵੀ ਡਿਵਾਈਡ ਕਰ ਸਕਦੇ ਹਾਂ, ਜਿੱਦਾਂ ਕੈਸ਼ ਜਰਨਲ ਹੋ ਗਿਆ, ਉਹਦੇ ਵਿੱਚ ਸਿਰਫ ਕੈਸ਼ ਨਾਲ ਰਿਲੇਟਡ ਟ੍ਰਾਂਜੈਕਸ਼ਨਸ ਰਿਕਾਰਡ ਕੀਤੀਆਂ ਜਾਂਦੀਆਂ ਆ। ਪਰਚੇਜ਼ ਜਰਨਲ ਹੋ ਗਿਆ, ਉਹਦੇ ਵਿੱਚ ਸਿਰਫ ਤੇ ਸਿਰਫ ਕ੍ਰੈਡਿਟ ਪਰਚੇਜ਼, ਓਨਲੀ ਉਧਾਰ ਤੇ ਜੋ ਸਮਾਨ ਖਰੀਦਿਆ ਗਿਆ ਉਹੀ ਰਿਕਾਰਡ ਕੀਤਾ ਜਾਏਗਾ। ਸੇਲ ਜਰਨਲ 'ਚ ਸਿਰਫ ਕ੍ਰੈਡਿਟ ਸੇਲ ਹੀ ਰਿਕਾਰਡ ਕੀਤੀ ਜਾਏਗੀ। ਸੋ ਇਸ ਤਰ੍ਹਾਂ ਨਾਲ ਸਭ ਤੋਂ ਪਹਿਲਾਂ ਅਸੀਂ ਜੋ ਹੈ ਕਿ ਜਰਨਲ ਦੇ ਵਿੱਚ ਉਹਨਾਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰ ਲੈਂਦੇ ਆ। ਨੈਕਸਟ ਸਟੈਪ ਸਾਡਾ ਹੈਗਾ ਆ ਕਲਾਸੀਫਾਈਂਗ ਦਾ। ਕਲਾਸੀਫਾਈਂਗ ਦੇ ਵਿੱਚ ਕੀ ਆ, ਹੁਣ ਤੁਸੀਂ ਉਹਨਾਂ ਟ੍ਰਾਂਜੈਕਸ਼ਨਸ ਨੂੰ ਰਿਕਾਰਡ ਕਰ ਲਿਆ, ਹੁਣ ਉਹਨਾਂ ਟ੍ਰਾਂਜੈਕਸ਼ਨਸ ਨੂੰ ਨੇਚਰ ਦੇ ਅਕੋਰਡਿੰਗ ਅਸੀਂ ਅਲੱਗ-ਅਲੱਗ ਗਰੁੱਪਸ ਦੇ ਵਿੱਚ ਜਿਹੜਾ ਆ ਡਿਵਾਈਡ ਕਰ ਦੇਣਾ। ਇਸ ਡਿਵੀਜ਼ਨ ਨੂੰ ਅਸੀਂ ਕਲਾਸੀਫਿਕੇਸ਼ਨ ਕਹਿ ਦਿੰਦੇ ਆ, ਤੇ ਜਿਨ੍ਹਾਂ ਦੇ ਵਿੱਚ ਉਹਨੂੰ ਰਿਕਾਰਡ ਕੀਤਾ ਜਾਂਦਾ ਫਰਦਰ ਉਹਨੂੰ ਅਸੀਂ ਲੈਜਰ ਕਹਿ ਦਿੰਦੇ ਆ। ਹੁਣ ਅਸੀਂ ਜਰਨਲ ਦੇ ਵਿੱਚ ਸਭ ਤੋਂ ਪਹਿਲਾਂ ਐਂਟਰੀ ਰਿਕਾਰਡ ਕਰ ਲਈ, ਠੀਕ ਆ, ਕਿ ਸੇਲ ਕੀਤੀ ਤੁਸੀਂ ਸੇਲ ਰਿਕਾਰਡ ਕਰ ਲਈ, ਪਰਚੇਸ ਕੀਤੀ ਪਰਚੇਸ ਰਿਕਾਰਡ ਕਰ ਲਈ, ਸੈਲਰੀ ਪੇ ਕੀਤੀ ਸੈਲਰੀ ਰਿਕਾਰਡ ਕਰ ਲਈ। ਸੋ ਇੱਕ ਬੁੱਕ ਦੇ ਵਿੱਚ ਤੁਸੀਂ ਜੋ ਹੈ ਹਰ ਟ੍ਰਾਂਜੈਕਸ਼ਨਸ ਨੂੰ ਜਿੱਦਾਂ ਜਿੱਦਾਂ ਹੈਪਨ ਹੋਈ ਜਾ ਰਹੀ ਹੈ ਰਿਕਾਰਡ ਕਰੀ ਜਾ ਰਹੇ ਹੋ। ਬਟ ਉਹਨਾਂ ਟ੍ਰਾਂਜੈਕਸ਼ਨਸ ਨੂੰ ਹੁਣ ਤੁਸੀਂ ਕੀ ਕਰਨਾ ਆ, ਜਿੱਦਾਂ ਹੁਣ ਸੇਲ ਦੀਆਂ ਟ੍ਰਾਂਜੈਕਸ਼ਨ ਹੈ, ਸੋ ਅਸੀਂ ਇੱਕ ਅਲੱਗ ਤੋਂ ਸੇਲ ਲੈਜਰ ਬਣਾ ਲੈਣਾ। ਸੋ ਜਰਨਲ ਦੇ ਵਿੱਚੋਂ ਸੇਲ ਦੀਆਂ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਹੋਣਗੀਆਂ ਉਹਨਾਂ ਨੂੰ ਅਸੀਂ ਉਸ ਲੈਜਰ ਦੇ ਵਿੱਚ ਪੋਸਟ ਕਰ ਦਾਂਗੇ, ਠੀਕ ਆ। ਔਰ ਜਰਨਲ ਦੇ ਵਿੱਚ ਅਸੀਂ ਰੈਫਰੈਂਸ ਵੀ ਦੇ ਦਾਂਗੇ ਕਿ ਲੈਜਰ ਦੇ ਇਸ ਪੇਜ ਤੇ ਅਸੀਂ ਉਸ ਬੁੱਕ ਐਂਟਰੀ ਨੂੰ ਰਿਕਾਰਡ ਕੀਤਾ ਆ। ਸੋ ਇਸੇ ਤਰ੍ਹਾਂ ਨਾਲ ਸਾਰੀਆਂ ਟ੍ਰਾਂਜੈਕਸ਼ਨਸ ਅਲੱਗ-ਅਲੱਗ ਗਰੁੱਪਸ ਦੇ ਵਿੱਚ ਜਿਹੜੀਆਂ ਹੈਗੀਆਂ ਆ ਡਿਵਾਈਡ ਹੋ ਜਾਂਦੀਆਂ, ਉਹਨਾਂ ਨੂੰ ਅਸੀਂ ਕਲਾਸੀਫਿਕੇਸ਼ਨ ਕਹਿ ਦਿੰਦੇ ਆ। ਸੋ ਸੇਲ ਲੈਜਰ ਦੇ ਵਿੱਚ ਸਿਰਫ ਸੇਲ ਨਾਲ ਰਿਲੇਟਡ ਐਂਟਰੀਜ਼ ਹੀ ਹੋਣਗੀਆਂ, ਪਰਚੇਸ ਲੈਜਰ ਦੇ ਵਿੱਚ ਸਿਰਫ ਪਰਚੇਸ ਨਾਲ ਰਿਲੇਟਡ ਜੋ ਟ੍ਰਾਂਜੈਕਸ਼ਨਸ ਆ ਉਹੀ ਰਿਕਾਰਡ ਹੋਈਆਂ ਹੋਣਗੀਆਂ, ਕੈਸ਼ ਲੈਜਰ ਦੇ ਵਿੱਚ ਸਿਰਫ ਕੈਸ਼ ਨਾਲ ਰਿਲੇਟਡ ਟ੍ਰਾਂਜੈਕਸ਼ਨਸ ਰਿਕਾਰਡ ਹੋਈਆਂ ਹੋਣਗੀਆਂ। ਬਟ ਤੁਹਾਡੀ ਬੁੱਕ ਜੋ ਜਰਨਲ ਆ ਜਿਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਐਂਟਰੀ ਕੀਤੀ ਹੈ, ਸਭ ਤੋਂ ਪਹਿਲਾਂ ਰਿਕਾਰਡਿੰਗ ਕੀਤੀ, ਉਹਦੇ ਵਿੱਚ ਤਾਂ ਹਰ ਤਰ੍ਹਾਂ ਦੀ ਟ੍ਰਾਂਜੈਕਸ਼ਨਸ ਰਿਕਾਰਡਡ ਆ, ਠੀਕ ਹੈ। ਸੋ ਇਹ ਕਲਾਸੀਫਾਈਂਗ ਜਦੋਂ ਤੁਸੀਂ ਇਹ ਲੈਜਰਸ ਬਣਾ ਲੈਂਦੇ ਹੋ, ਜਰਨਲ ਕੈਸ਼ ਦਾ ਲੈਜਰ ਬਣਾ ਲਿਆ, ਫਿਰ ਐਂਡ ਦੇ ਵਿੱਚ ਅਸੀਂ ਐਟ ਦਾ ਐਂਡ ਆਫ ਮੰਥ ਜਦੋਂ ਮਹੀਨਾ ਖਤਮ ਹੋ ਜਾਂਦਾ ਅਸੀਂ ਉਹਦੀ ਬੈਲੈਂਸਿੰਗ ਕਰਦੇ ਹਾਂ ਕਿ ਮਹੀਨੇ ਦੇ ਐਂਡ ਵਿੱਚ ਟੋਟਲ ਕਿੰਨਾ ਕੈਸ਼ ਆਇਆ, ਕਿੰਨਾ ਕੈਸ਼ ਗਿਆ, ਔਰ ਐਟ ਦਾ ਐਂਡ ਮਹੀਨੇ ਦੇ ਐਂਡ ਵਿੱਚ ਤੁਹਾਡੇ ਕੋਲ ਕਿੰਨਾ ਕੈਸ਼ ਪਿਆ ਹੋਇਆ ਆ, ਔਰ ਉਹਨੂੰ ਫਿਰ ਨੈਕਸਟ ਮੰਥ ਦੇ ਵਿੱਚ ਉਸ ਬੈਲੈਂਸ ਨੂੰ ਕੈਰੀ ਫਾਰਵਰਡ ਕਰਤਾ ਜਾਏਗਾ। ਜਦੋਂ ਤੁਸੀਂ ਇਸ ਦੇ ਸਮ ਕਰੋਗੇ ਤਾਂ ਤੁਹਾਨੂੰ ਬੈਟਰ ਕਲੀਅਰ ਹੋ ਜਾਏਗਾ। ਨੈਕਸਟ ਜੋ ਸਟੈਪ ਹੈ ਉਹ ਹੈ ਸਮਰਾਈਜ਼ਿੰਗ ਦਾ। ਹੁਣ ਤੁਸੀਂ ਸਾਰੇ ਲੈਜਰਸ ਬਣਾ ਲਏ ਨੇ ਅਲੱਗ-ਅਲੱਗ, ਹੁਣ ਉਹਨਾਂ ਲੈਜਰਸ ਨੂੰ ਤੁਸੀਂ ਜੋ ਹੈ ਉਹਨਾਂ ਦੀ ਇੱਕ ਸਮਰੀ ਤਿਆਰ ਕਰ ਲੈਣੀ ਆ, ਤਾਂ ਕਿ ਜੋ ਤੁਹਾਡੇ ਐਂਡ ਯੂਜ਼ਰਸ ਨੇ ਜਿਨ੍ਹਾਂ ਨੂੰ ਅਕਾਊਂਟਿੰਗ ਇਨਫੋਰਮੇਸ਼ਨ ਦੀ ਜ਼ਰੂਰਤ ਆ ਆਪਣੇ ਡਿਸੀਜ਼ਨ ਲੈਣ ਦੇ ਲਈ, ਉਹ ਉਸ ਸਮਰੀ ਦੇ ਬੇਸ ਤੇ ਹੀ ਡਿਸੀਜ਼ਨ ਲੈ ਸਕਣਗੇ। ਹੁਣ ਉਹ ਸਮਰੀ ਜੋ ਹੈ ਉਹ ਕਈ ਤਰੀਕਿਆਂ ਨਾਲ ਤਿਆਰ ਕੀਤੀ ਜਾਂਦੀ ਹੈ, ਜਿੱਦਾਂ ਕਿ ਸਭ ਤੋਂ ਪਹਿਲਾਂ ਟ੍ਰਾਇਲ ਬੈਲੈਂਸ ਬਣਾ ਲਿਆ ਜਾਂਦਾ ਆ। ਟ੍ਰਾਇਲ ਬੈਲੈਂਸ ਦੇ ਵਿੱਚ ਕੀ ਆ, ਜਸਟ ਤੁਸੀਂ ਜਿੰਨੇ ਵੀ ਲੈਜਰਸ ਨੇ ਉਹ ਸਾਰੇ ਮੈਂਸ਼ਨ ਕਰ ਦੇਣੇ ਆ, ਔਰ ਹਰੇਕ ਲੈਜਰ ਦਾ ਕਿੰਨਾ ਕਿੰਨਾ ਬੈਲੈਂਸ ਆ ਉਹ ਮੈਂਸ਼ਨ ਕਰ ਦੇਣਾ। ਉਸ ਤੋਂ ਇਲਾਵਾ ਇਨਕਮ ਸਟੇਟਮੈਂਟ ਬਣਾਈ ਜਾਂਦੀ ਆ, ਜਿਹਦੇ ਵਿੱਚ ਤੁਸੀਂ ਸਾਰੇ ਐਕਸਪੈਂਸਿਸ ਔਰ ਇਨਕਮਸ ਨੂੰ ਰਿਕਾਰਡ ਕਰਨਾ ਆ, ਤੇ ਫਾਈਨਲੀ ਕਿੰਨਾ ਪ੍ਰੋਫਿਟ ਹੋਇਆ ਜਾਂ ਕਿੰਨਾ ਲਾਸ ਹੋਇਆ ਇਹ ਫਾਈਂਡ ਆਊਟ ਕਰਨਾ। ਐਂਡ ਲਾਸਟ ਦੇ ਵਿੱਚ ਜੋ ਹੈ ਉਹ ਬੈਲੈਂਸ ਸ਼ੀਟ ਬਣਾਈ ਜਾਂਦੀ ਆ। ਬੈਲੈਂਸ ਸ਼ੀਟ ਦੇ ਵਿੱਚ ਤੁਸੀਂ ਬਿਜ਼ਨਸ ਦੇ
ਸਾਰੇ ਐਸੈਟਸ ਤੇ ਸਾਰੀਆਂ ਲਾਇਬਿਲਿਟੀਜ਼ ਨੂੰ ਰਿਕਾਰਡ ਕਰਦੇ ਹੋ। ਐਸੈਟਸ ਕੀ ਹੁੰਦੇ ਆ? ਪ੍ਰੋਪਰਟੀਜ਼, ਵੀ ਬਿਜ਼ਨਸ ਦੀਆਂ ਕਿਹੜੀਆਂ ਪ੍ਰੋਪਰਟੀਜ਼ ਨੇ, ਇੰਨਾ ਕੈਸ਼ ਪਿਆ ਹੋਇਆ, ਇੰਨੇ ਦੀ ਲੈਂਡ ਆ, ਇੰਨੇ ਦੀ ਬਿਲਡਿੰਗ ਆ, ਇੰਨੇ ਦਾ ਸਟਾਕ ਹੈ, ਇੰਨੇ ਦਾ ਫਰਨੀਚਰ ਹੈ। ਸੋ ਸਾਰੇ ਐਸੈਟਸ ਨੇ ਉਹ ਸਾਰੇ ਰਿਕਾਰਡ ਕਰ ਲਏ ਜਾਣਗੇ। ਇਸੇ ਤਰ੍ਹਾਂ ਲਾਇਬਿਲਿਟੀਜ਼ ਵੀ, ਜਿਨ੍ਹਾਂ ਦੇ ਕਿੰਨੇ ਤੁਸੀਂ ਪੈਸੇ ਦੇਣੇ ਆ, ਉਹ ਸਾਰੇ ਵੀ ਉਹਦੇ ਵਿੱਚ ਰਿਕਾਰਡ ਕੀਤੇ ਜਾਂਦੇ ਆ। ਨੈਕਸਟ ਸਟੈਪ, ਸੋ ਇੱਥੇ ਸਮਰਾਈਜ਼ਿੰਗ ਤੱਕ ਤਾਂ ਸਾਰਾ ਬੁੱਕ ਕੀਪਿੰਗ ਦੇ ਹੀ ਸਟੈਪਸ ਨੇ, ਬੁੱਕ ਕੀਪਿੰਗ ਦਾ ਹੀ ਪ੍ਰੋਸੈਸ ਹੈ। ਨੈਕਸਟ ਇਨ ਐਡੀਸ਼ਨ ਅਕਾਊਂਟਿੰਗ ਵਿੱਚ ਹੋਰ ਕੀ ਹੁੰਦਾ ਆ? ਨੈਕਸਟ ਹੈ ਐਨਾਲਾਈਜ਼ਿੰਗ। ਹੁਣ ਜਦੋਂ ਤੁਸੀਂ ਇਹਨਾਂ ਸਾਰਿਆਂ ਦੀ ਇੱਕ ਸਮਰੀ ਤਿਆਰ ਕਰ ਲਈ, ਸੋ ਸਮਰੀ ਤਿਆਰ ਕਰਨ ਤੋਂ ਬਾਅਦ ਤੁਸੀਂ ਕੀ ਕਰਦੇ ਹੋ? ਇਨਕਮ ਸਟੇਟਮੈਂਟ ਬਣਾਉਂਦੇ ਹੋ। ਸੋ ਇਨਕਮ ਸਟੇਟਮੈਂਟ ਬਣਾ ਕੇ ਤੁਸੀਂ ਕੀ ਕਰ ਰਹੇ ਹੋ? ਐਕਚੁਅਲੀ ਐਨਾਲਾਈਜ਼ ਕਰ ਰਹੇ ਹੋ ਕਿ ਤੁਸੀਂ ਕਿੰਨਾ ਪੂਰੇ ਸਾਲ ਦੇ ਵਿੱਚ ਜੋ ਵੀ ਕੰਮ ਕੀਤਾ ਉਹਦੇ ਤੋਂ ਕਿੰਨਾ ਪ੍ਰੋਫਿਟ ਹੋਇਆ, ਜਾਂ ਫਿਰ ਅਗਰ ਲਾਸ ਹੋਇਆ ਤੇ ਕਿੰਨਾ ਹੋਇਆ। ਸੋ ਇਸੇ ਤਰ੍ਹਾਂ ਨਾਲ ਜੋ ਹੈ ਬੈਲੈਂਸ ਸ਼ੀਟ ਬਣਾਈ ਜਾਂਦੀ ਆ। ਬੈਲੈਂਸ ਸ਼ੀਟ ਨਾਲ ਤੁਹਾਡੇ ਬਿਜ਼ਨਸ ਦੀ ਐਟ ਦਾ ਐਂਡ ਆਫ ਈਅਰ ਕੀ ਪੋਜੀਸ਼ਨ ਆ ਉਹ ਪਤਾ ਲੱਗਦੀ ਆ, ਵੀ ਕਿੰਨੇ ਐਸੈਟਸ ਨੇ, ਕਿੰਨੀਆਂ ਲਾਇਬਿਲਿਟੀਜ਼ ਨੇ, ਕਿ ਬਿਜ਼ਨਸ ਦੀ ਸਟਰੈਂਥ ਜਿਹੜੀ ਆ ਹੈਗੀ ਆ, ਸਟਰੋਂਗ ਆ ਬਿਜ਼ਨਸ ਫਾਈਨੈਂਸ਼ੀਅਲੀ ਜਾਂ ਫਿਰ ਵੀਕ ਆ। ਸੋ ਇਹ ਸਾਰੀਆਂ ਜੋ ਹੈ ਇਹ ਐਨਾਲਾਈਜ਼ ਕਰਕੇ ਹੀ ਪਤਾ ਲੱਗਦਾ ਆ। ਸੋ ਐਨਾਲਿਸਿਸ ਦੇ ਵਿੱਚ ਕੀ ਆ? ਸਭ ਤੋਂ ਪਹਿਲਾਂ ਤੁਸੀਂ ਇਨਪੁਟ ਦੇਣੀ ਆ, ਜੋ ਵੀ ਤੁਸੀਂ ਬਿਜ਼ਨਸ ਟ੍ਰਾਂਜੈਕਸ਼ਨਸ ਨੂੰ ਆਇਡੈਂਟੀਫਾਈ ਕੀਤਾ ਐਂਡ ਮੈਜ਼ਰ ਕੀਤਾ। ਔਰ ਨੈਕਸਟ ਪ੍ਰੋਸੈਸ ਦੇ ਵਿੱਚ ਕੀ ਆ? ਤੁਸੀਂ ਉਹਦੀ ਰਿਕਾਰਡਿੰਗ ਕੀਤੀ, ਕਲਾਸੀਫਿਕੇਸ਼ਨ ਕੀਤੀ, ਸਮਰਾਈਜ਼ਿੰਗ ਕੀਤੀ, ਐਨਾਲਿਸਿਸ ਕੀਤਾ ਐਂਡ ਇੰਟਰਪ੍ਰੀਟੇਸ਼ਨ ਕੀਤੀ। ਐਂਡ ਫਾਈਨਲੀ ਆਊਟਪੁੱਟ ਕੀ ਹੋਏਗੀ ਕਿ ਜੋ ਤੁਸੀਂ ਇਹ ਸਾਰਾ ਪ੍ਰੋਸੈਸ ਫੋਲੋ ਕੀਤਾ ਉਹਦੇ ਨਾਲ ਤੁਹਾਨੂੰ ਉਹ ਇਨਫੋਰਮੇਸ਼ਨ ਮਿਲ ਗਈ ਕਮਿਊਨੀਕੇਟ ਕਰਨ ਦੇ ਲਈ, ਜਿਹੜੀ ਕਿ ਯੂਜ਼ਰਸ ਨੂੰ ਜ਼ਰੂਰਤ ਆ। ਸੋ ਨੈਕਸਟ ਸਟੈਪ ਕੀ ਹੈਗਾ? ਇੰਟਰਪ੍ਰੈਟਿੰਗ ਦਾ। ਹੁਣ ਤੁਸੀਂ ਆਪਣੀਆਂ ਇਨਕਮ ਸਟੇਟਮੈਂਟਸ ਵੀ ਬਣਾ ਲਈਆਂ ਨੇ, ਬੈਲੈਂਸ ਸ਼ੀਟਸ ਵੀ ਬਣਾ ਲਈਆਂ ਨੇ, ਬਟ ਸਿਰਫ ਇਨਕਮ ਸਟੇਟਮੈਂਟ ਬਣਾ ਕੇ ਜਾਂ ਬੈਲੈਂਸ ਸ਼ੀਟ ਬਣਾ ਕੇ ਹੀ ਕੰਮ ਨਹੀਂ ਸਰਦਾ। ਹੁਣ ਉਹਨਾਂ ਨੂੰ ਅਸੀਂ ਇੰਟਰਪ੍ਰੈਟ ਕਰਨਾ ਵੀ ਉਹ ਸਾਨੂੰ ਕੀ ਦੱਸਦੀਆਂ ਪਈਆਂ ਨੇ, ਉਹਨਾਂ ਸਟੇਟਮੈਂਟਸ ਤੋਂ ਸਾਨੂੰ ਕੀ ਪਤਾ ਲੱਗ ਰਿਹਾ ਆ। So interpreting ਕੀ ਆ? It is concerned with explaining the meaning and significance of the relationship so established by the analysis। ਜੋ ਤੁਸੀਂ analysis ਕੀਤਾ, ਇਨਕਮ ਸਟੇਟਮੈਂਟ ਬਣਾਈ ਐਂਡ ਬੈਲੈਂਸ ਸ਼ੀਟ ਬਣਾਈ, ਉਹਦੇ ਨਾਲ ਜੋ ਵੀ ਰਿਲੇਸ਼ਨਸ਼ਿਪਸ ਐਸਟੈਬਲਿਸ਼ ਹੋਏ ਨੇ, ਹੁਣ ਉਹਨਾਂ ਰਿਲੇਸ਼ਨਸ਼ਿਪਸ ਦਾ ਕੀ ਮਤਲਬ ਆ ਔਰ ਕੀ ਇੰਪੋਰਟੈਂਸ ਆ, ਇਹ ਸਾਨੂੰ ਇੰਟਰਪ੍ਰੀਟੇਸ਼ਨ ਦੱਸੇਗੀ। So nowadays the first 6 functions are performed by electronic data processing devices। ਜੋ ਇਹ ਤੁਹਾਡੇ 6 ਤੱਕ ਨੇ ਨਾ ਐਨਾਲਿਸਿਸ ਤੱਕ, ਇਹ ਸਾਰਾ ਬਹੁਤ ਸਾਰੇ ਹੁਣ ਸੌਫਟਵੇਅਰਸ ਆ ਗਏ ਨੇ, ਟੈਲੀ ਹੈਗਾ ਆ, ਹੋਰ ਬਹੁਤ ਸਾਰੇ ਸੌਫਟਵੇਅਰਸ ਨੇ। ਸੋ ਇਹ ਸਾਰਾ ਕੰਮ ਜੋ ਹੈ ਉਹ ਸੌਫਟਵੇਅਰ ਕਰ ਦਿੰਦੇ ਆ, ਤੁਸੀਂ ਬਸ ਉਹਦੇ ਵਿੱਚ ਡਾਟਾ ਐਂਟਰ ਕਰ ਦਿਓ, ਇਹ ਸਾਰਾ ਕੁਝ ਤੁਹਾਡਾ ਬਣ ਕੇ ਆ ਜਾਂਦਾ ਆ। ਸੋ ਅਕਾਊਂਟੈਂਟ ਨੂੰ ਕੀ ਕਰਨਾ ਪੈਂਦਾ? ਅਕਾਊਂਟੈਂਟ ਨੂੰ ਇੰਟਰਪ੍ਰੀਟੇਸ਼ਨ ਤੇ ਫੋਕਸ ਕਰਨਾ ਪੈਂਦਾ, ਵੀ ਹੁਣ ਜੋ ਇਹ ਫਾਈਨਲੀ ਬਣ ਕੇ ਆਇਆ ਉਹਦਾ ਮਤਲਬ ਕੀ ਆ। ਸੋ ਅਕਾਊਂਟੈਂਟ ਸ਼ੁੱਡ ਇੰਟਰਪ੍ਰੇਟ ਦ ਸਟੇਟਮੈਂਟ ਇਨ ਅ ਮੈਨਰ। ਉਹਨਾਂ ਨੇ ਸਟੇਟਮੈਂਟਸ ਨੂੰ ਇਸ ਤਰੀਕੇ ਨਾਲ ਇੰਟਰਪ੍ਰੇਟ ਕਰਨਾ ਆ ਕਿ ਉਹ ਯੂਜ਼ਰਸ ਨੂੰ ਪ੍ਰੋਪਰਲੀ ਯੂਜ਼ਫੁਲ ਹੋਣ, ਔਰ ਯੂਜ਼ਰਸ ਜਿਹੜੇ ਨੇ ਉਹਨਾਂ ਦੇ ਵਿੱਚੋਂ ਜੋ ਆ ਰੈਸ਼ਨਲ ਡਿਸੀਜ਼ਨ ਲੈ ਸਕਣ। ਸੋ ਅਕਾਊਂਟੈਂਟ ਸ਼ੁੱਡ ਐਕਸਪਲੇਨ ਨਾਟ ਓਨਲੀ ਵਾਟ ਹੈਜ਼ ਹੈਪਨਡ, ਇਹ ਨਹੀਂ ਐਕਸਪਲੇਨ ਕਰਨਾ ਵੀ ਕੀ ਹੋਇਆ ਆ, ਬਲਕਿ ਇਹ ਵੀ ਐਕਸਪਲੇਨ ਕਰਨਾ ਵਾਈ ਇਟ ਹੈਪਨ, ਕਿਉਂ ਹੋਇਆ, ਐਂਡ ਵਟ ਇਜ਼ ਲਾਈਕਲੀ ਟੂ ਹੈਪਨ, ਔਰ ਅਗਰ ਪਰਟੀਕੂਲਰ ਸਪੈਸੀਫਿਕ ਕੰਡੀਸ਼ਨਸ ਹੁੰਦੀਆਂ ਤੇ ਕੀ ਹੈਪਨ ਹੋ ਸਕਦਾ ਸੀ। ਸੋ ਲਾਸਟ ਸਟੈਪ ਜੋ ਹੈ that is a communicating। so accounting information ਨੂੰ ਤੁਸੀਂ meaningfully analyze ਕਰ ਲਿਆ, ਇੰਟਰਪ੍ਰੇਟ ਕਰ ਲਿਆ। ਹੁਣ ਜੋ ਤੁਹਾਨੂੰ ਇਨਫੋਰਮੇਸ਼ਨ ਮਿਲੀ ਆ ਇੰਟਰਪ੍ਰੀਟੇਸ਼ਨ ਕਰਨ ਤੋਂ ਬਾਅਦ, ਉਹਨਾਂ ਨੂੰ ਪ੍ਰੋਪਰਲੀ ਪ੍ਰੋਪਰ ਫਾਰਮ ਦੇ ਵਿੱਚ ਜੋ ਹੈ ਔਰ ਪ੍ਰੋਪਰ ਮੈਨਰਸ ਦੇ ਵਿੱਚ ਪ੍ਰੋਪਰ ਪਰਸਨ ਨੂੰ ਕਮਿਊਨੀਕੇਟ ਕਰਨਾ ਆ। ਸੋ ਕਿਸ ਤਰ੍ਹਾਂ ਹੋਏਗਾ? ਉਹਦੇ ਲਈ ਤੁਹਾਨੂੰ ਅਕਾਊਂਟਿੰਗ ਰਿਪੋਰਟਸ ਤਿਆਰ ਕਰਨੀਆਂ ਪੈਣਗੀਆਂ ਤੇ ਉਹਨਾਂ ਅਕਾਊਂਟਿੰਗ ਰਿਪੋਰਟਸ ਨੂੰ ਪਹੁੰਚਾਉਣਾ ਪਏਗਾ ਯੂਜ਼ਰਸ ਤੱਕ, ਜਿਹੜੇ ਕਿ ਉਹਦੇ ਬੇਸਿਸ ਤੇ ਡਿਸੀਜਨਸ ਲੈਣਗੇ। ਸੋ ਵਿਚ ਇਨਕਲੂਡਸ ਬਿਸਾਈਡ ਦਾ ਯੂਜ਼ਰ, ਜਿਹਦੇ ਵਿੱਚ ਇਨਕਮ ਸਟੇਟਮੈਂਟ ਤੇ ਬੈਲੈਂਸ ਸ਼ੀਟ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀ ਐਡੀਸ਼ਨਲ ਇਨਫੋਰਮੇਸ਼ਨ ਜਿਹੜੀ ਹੈਗੀ ਆ, ਰੇਸ਼ੋਜ਼ ਦੀ ਫਾਰਮਸ, ਗ੍ਰਾਫ ਦੀ ਫਾਰਮਸ, ਡਾਇਗ੍ਰਾਮਸ ਦੀ ਫਾਰਮਸ ਐਂਡ ਫੰਡ ਫਲੋ ਸਟੇਟਮੈਂਟਸ ਦੀ ਫਾਰਮ ਦੇ ਵਿੱਚ ਪ੍ਰੋਵਾਈਡ ਕੀਤੀ ਜਾਂਦੀ ਹੈ। ਸੋ ਇਨੀਸ਼ੀਏਟਿਵ ਐਂਡ ਇਮੈਜੀਨੇਸ਼ਨ ਐਂਡ ਇਨੋਵੇਟਿਵ ਅਬਿਲਿਟੀ ਜਿਹੜੀ ਹੈਗੀ ਆ ਅਕਾਊਂਟੈਂਟ ਦੀ, ਉਹ ਅਬਿਲਿਟੀ ਹੀ ਇਸ ਪ੍ਰੋਸੈਸ ਨੂੰ ਫੁਲਫਿਲ ਕਰਦੀ ਆ।
ਸੋ ਕਮਿਊਨੀਕੇਸ਼ਨ ਇਜ਼ ਪ੍ਰੋਸੀਡਡ ਬਾय ਐਨ ਅਕਾਊਂਟਿੰਗ ਸਾਈਕਲ। ਕਮਿਊਨੀਕੇਸ਼ਨ ਕਦੋਂ ਹੋਏਗੀ? ਜਦੋਂ ਪੂਰਾ ਅਕਾਊਂਟਿੰਗ ਸਾਈਕਲ ਕੰਪਲੀਟ ਹੋ ਜਾਏਗਾ, ਉਹਦੇ ਤੋਂ ਬਾਅਦ ਜੋ ਇਨਫੋਰਮੇਸ਼ਨ ਮਿਲੀ ਆ ਉਸ ਨੂੰ ਕਮਿਊਨੀਕੇਟ ਕੀਤਾ ਜਾਏਗਾ। ਸੋ ਇਹ ਕੁਝ ਸਟੈਪਸ ਨੇ, ਇਹ ਪ੍ਰੋਸੈਸ ਆ ਅਕਾਊਂਟਿੰਗ ਦਾ। ਔਰ ਜਦੋਂ ਤੁਸੀਂ ਫਾਈਨਲੀ ਜਦੋਂ ਤੁਸੀਂ ਪੇਪਰ ਦੇ ਵਿੱਚ ਪ੍ਰੋਸੈਸ ਨੂੰ ਲਿਖਣਾ ਆ ਤਾਂ ਜਿਸ ਆਰਡਰ ਦੇ ਵਿੱਚ ਇਹ ਸਟੈਪਸ ਨੇ ਤੁਸੀਂ ਉਸੇ ਆਰਡਰ 'ਚ ਉਹਨਾਂ ਨੂੰ ਲਿਖਣਾ ਆ। ਜੇ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰਨਾ ਆ ਤਾਂ ਆਇਡੈਂਟੀਫਾਈ ਕਰਨਾ ਆ, ਨੈਕਸਟ ਮੈਜਰਿੰਗ ਆ, ਨੈਕਸਟ ਰਿਕਾਰਡਿੰਗ ਆ, ਕਲਾਸੀਫਿਕੇਸ਼ਨ, ਸਮਰਾਈਜ਼ਿੰਗ, ਐਨਾਲਿਸਿਸ, ਇੰਟਰਪ੍ਰੀਟੇਸ਼ਨ ਐਂਡ ਕਮਿਊਨੀਕੇਸ਼ਨ। ਤੁਸੀਂ ਇਹਨਾਂ ਸਟੈਪਸ ਨੂੰ ਅੱਗੇ ਪਿੱਛੇ ਨਹੀਂ ਕਰ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਭ ਤੋਂ ਪਹਿਲਾਂ ਕਮਿਊਨੀਕੇਟ ਕਰ ਲਿਆ ਜੀ, ਆਇਡੈਂਟੀਫਾਈ ਬਾਅਦ ਚੋਂ ਕੀਤਾ। ਇਹ ਪੋਸੀਬਲ ਨਾ? ਨਹੀਂ, ਇਹ ਨਹੀਂ ਪੋਸੀਬਲ। ਸੋ ਸਭ ਤੋਂ ਪਹਿਲਾਂ ਆਇਡੈਂਟੀਫਾਈ ਹੋਣਾ ਹੈ ਔਰ ਕਮਿਊਨੀਕੇਟ ਐਟ ਦਾ ਐਂਡ ਹੋਣਾ ਹੈ। ਸੋ ਇਸ ਪ੍ਰੋਸੈਸ ਨੂੰ ਤੁਸੀਂ ਇਸੇ ਆਰਡਰ ਦੇ ਵਿੱਚ ਲਿਖਣਾ ਆ ਜਦੋਂ ਵੀ ਪੇਪਰ ਅਟੈਂਪਟ ਕਰਨਾ ਆ। ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ। ਥੈਂਕ ਯੂ।